और अथाह अगनत अतुल्य। ज्यों बुलावो त्यों नानक दास बोलै। जुगो जुग अटल चवर छतर तखत दे मालक। कलयुग के जहाज बाणी के बोहित। हलत पलत के रखिक शब्द गुरु जगत गुरु। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰ ਦੇ ਚਰਨਾਂ 'ਚ ਹਾਜ਼ਰੀਆਂ ਲਗਵਾਈਏ। ਕੋਈ ਰਸਨਾ ਵਾਂਝੀ ਨਾ ਰਹੇ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਪਿਛਲੇ ਹਫ਼ਤੇ ਆਪਾਂ ਵਿਸ਼ਾ ਜ਼ਿਕਰ ਕੀਤਾ ਸੀ ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਉਸ ਵਿਸ਼ੇ ਦਾ ਦੂਸਰਾ ਭਾਗ ਸਾਡਾ ਵਿਚਾਰ ਅਧੀਨ ਰਹਿ ਗਿਆ ਸੀ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸਤਿਗੁਰਾਂ ਨੇ ਐਸੀ ਦ੍ਰਿਸ਼ਟੀ ਪਾਈ, ਮਨੁੱਖਾਂ ਨੂੰ ਦੇਵਤਿਆਂ ਵਾਲੇ ਗੁਣ ਬਖਸ਼ਿਸ਼ ਕਰ ਦਿੱਤੇ। ਆਮ ਤੌਰ 'ਤੇ ਦੇਵਤਿਆਂ ਦੀਆਂ ਆਪਾਂ ਗਿਣਤੀਆਂ ਸੁਣਦੇ ਹਾਂ 33 ਕਰੋੜ। ਸੁਣਦੇ ਹਾਂ ਦੇਖ ਸਰਸਵਤੀ ਇੰਦਰ ਲੁਭਾਇਆ। ਭਾਵ ਕਿ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉਹ ਵੀ ਨਹੀਂ ਬਚ ਸਕੇ। ਪਰ ਉਹ ਦੇਵਤੇ ਕਿਸੇ ਨੂੰ ਵਰ ਦਿੰਦੇ ਸੁਣਦੇ ਹਾਂ ਤੇ ਕਿਸੇ ਨੂੰ ਸਰਾਪ ਦਿੰਦੇ ਸੁਣਦੇ ਹਾਂ। ਪਰ ਮੇਰੇ ਸਤਿਗੁਰਾਂ ਨੇ ਜਿਸ ਮਨੁੱਖ 'ਤੇ ਦ੍ਰਿਸ਼ਟੀ ਪਾ ਦਿੱਤੀ ਉਹਨੂੰ ਦੇਵਤੇ ਬਣਾ ਦਿੱਤਾ। ਭਾਵ ਕਿ ਦੇਵਤਿਆਂ ਵਾਲੇ ਗੁਣ ਬਖਸ਼ਿਸ਼ ਕਰ ਦਿੱਤੇ। ਪਰ ਜਿਹੜੇ ਮਨੁੱਖ 'ਤੇ ਮੇਰੇ ਗੁਰੂ ਨੇ ਦ੍ਰਿਸ਼ਟੀ ਪਾਈ ਨਾ, ਉਹ ਦੇਵਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵੀ ਮੁਕਤ ਹੋ ਗਿਆ। ਜਿਸ ਤੇ ਗੁਰੂ ਨੇ ਦ੍ਰਿਸ਼ਟੀ ਪਾਈ ਨਾ, ਉਹ ਦੇਵਤਾ ਸ਼ਰਾਪ ਨਹੀਂ ਦਿੰਦਾ ਕਿਸੇ ਨੂੰ। ਅੱਜ ਕਿਸੇ ਦੀ ਮੌਤ ਹੋ ਜਾਵੇ ਨਾ ਤੇ ਬੰਦਾ ਉਹਦੇ ਪਰਛਾਵੇਂ ਤੋਂ ਹੀ ਡਰਦਾ ਰਹਿੰਦਾ ਹੈ, ਕਿਤੇ ਮੇਰੇ ਸੁਪਨੇ 'ਚ ਨਾ ਆ ਜਾਵੇ। 2 ਦਿਨ ਕੋਈ ਮਰਿਆ ਕਿਸੇ ਦੇ ਸੁਪਨੇ 'ਚ ਆ ਜਾਵੇ ਨਾ, ਲੋਕ ਉਪਾਅ ਕਰਾਉਣ ਤੁਰ ਪੈਂਦੇ ਆ। ਪਰ ਜਿਹੜੇ ਸਤਿਗੁਰਾਂ ਨੇ ਮਨੁੱਖਾਂ ਤੋਂ ਦੇਵਤੇ ਬਣਾਏ ਨਾ, ਅਸੀਂ ਅਰਦਾਸ ਕਰਦੇ ਹਾਂ ਰੋਜ਼ਾਨਾ ਹੀ, ਸਤਿਗੁਰੂ ਕਿਰਪਾ ਕਰੋ ਸ਼ਹੀਦਾਂ ਸਿੰਘਾਂ ਦੇ ਪਹਿਰੇ ਰੱਖਿਓ। ਔਰ ਅੱਜ ਜੇ ਕੋਈ ਚੰਗਾ ਕਰਮ ਕਰਦਾ ਨਾ ਦੁਨੀਆ 'ਚ, ਉਹਦਾ ਨਾਂ ਕਿੱਥੇ ਕਿੱਥੇ ਲਿਖਿਆ ਜਾਂਦਾ, ਲਿਮਕਾ ਬੁੱਕ ਦੇ ਵਿੱਚ, ਗਿਨੀਜ਼ ਬੁੱਕ ਦੇ ਵਿੱਚ। ਪਰ ਜਿਹੜੇ ਸਤਿਗੁਰਾਂ ਨੇ ਮਾਨਸ ਤੇ ਦੇਵਤੇ ਕੀਏ, ਉਹਨਾਂ ਦੇਵਤਿਆਂ ਦਾ ਜਿੱਥੇ ਨਾਮ ਲਿਖਿਆ ਗਿਆ ਨਾ ਗੁਰਮੁਖ ਪਿਆਰਿਓ, ਔਰ ਗਿਨੀਜ਼ ਬੁੱਕ ਤੇ ਲਿਮਕਾ ਬੁੱਕ ਨੂੰ ਤੇ ਕੋਈ ਪੜ੍ਹੇਗਾ ਕਈ ਸਾਲਾਂ ਬਾਅਦ, ਇੱਕ ਅੱਧਾ ਬੰਦਾ ਪੜ੍ਹ ਲੇਗਾ। ਪਰ ਜਿਹੜੇ ਮਨੁੱਖਾਂ ਤੋਂ ਦੇਵਤੇ ਸਤਿਗੁਰਾਂ ਨੇ ਬਣਾਏ ਨਾ, ਉਹਨਾਂ ਦੇ ਨਾਮ ਤੋਂ ਬਿਨਾਂ ਸਾਡੀ ਅਰਦਾਸ ਹੀ ਪੂਰੀ ਨਹੀਂ ਹੁੰਦੀ। ਉਹਨਾਂ ਦਾ ਨਾਮ ਕਿੱਥੇ ਲਿਖਿਆ ਜਿਨ੍ਹਾਂ ਦਾ ਅਸੀਂ ਕੱਲ੍ਹ ਜ਼ਿਕਰ ਕਰ ਰਹੇ ਸੀ, 40 ਮੁਕਤਿਆਂ ਦੀ ਸ਼ਹਾਦਤ। ਸਤਿਗੁਰ ਜੀ ਦੇ ਮਹਾਰਾਜ ਅਰਦਾਸ ਜਦੋਂ ਸਤਿਗੁਰ ਦੇ ਚਰਨਾਂ 'ਚ ਕਰਦੇ ਹਾਂ, ਸਾਡੇ ਜਨਮ ਤੋਂ ਪਹਿਲਾਂ ਜਦੋਂ ਅਰਦਾਸ ਹੁੰਦੀ ਹੈ, ਇਸ ਦਰ 'ਤੇ ਜਦੋਂ ਆ ਕੇ ਮਾਤਾ ਪਿਤਾ ਖੜ੍ਹ ਕੇ ਅਰਦਾਸਾਂ ਕਰਦੇ, ਇੱਕ ਪੁੱਤਰ ਦੇ ਦਿਓ ਜਾਂ ਧੀ ਦੇ ਦਿਓ। ਜਨਮ ਤੋਂ ਪਹਿਲਾਂ ਅਰਦਾਸ ਹੁੰਦੀ ਤੇ ਉਦੋਂ ਵੀ ਜਿੱਥੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਪਾਤਸ਼ਾਹੀਆਂ ਦੇ ਚਰਨਾਂ 'ਚ ਅਰਦਾਸ ਹੁੰਦੀ ਆ, ਤੇ ਉਦੋਂ ਫਿਰ ਆਖਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਉਹ ਸਭ ਥਾਈਂ ਹੋਏ ਸਹਾਏ ਹਨ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਤੇ ਅਗਲਾ ਪਹਿਰਾ ਕੀ ਆ ਜਾਂਦਾ, ਉਹਨਾਂ ਦਾ ਜ਼ਿਕਰ ਆਉਂਦਾ ਜਿਹੜੇ ਮਨੁੱਖਾਂ ਤੋਂ ਦੇਵਤੇ ਬਣਾਏ ਸਤਿਗੁਰੂ ਨੇ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਾਰਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਿੰਨਿਆਂ ਦਾ ਜ਼ਿਕਰ ਆ ਗਿਆ? ਪੰਜਾਂ ਪਿਆਰਿਆਂ ਦਾ ਆ ਗਿਆ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ ਤੇ 40 ਮੁਕਤਿਆਂ, ਜਿਨ੍ਹਾਂ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਹਾਂ। ਗਿਨੇਜ ਬੁੱਕ ਵਾਲਿਆਂ ਨੂੰ ਤੇ ਕੋਈ ਕਦੀ ਕੁ ਹੀ ਪੜ੍ਹੇਗਾ। ਇੱਥੇ ਜਦੋਂ ਸਾਡੇ ਜਨਮ ਤੋਂ ਪਹਿਲਾਂ ਅਰਦਾਸ ਹੋਈ, ਉਦੋਂ ਇਹਨਾਂ ਸ਼ਹੀਦਾਂ ਦੇ ਚਰਨਾਂ 'ਚ ਵੀ ਹਾਜ਼ਰੀ ਲਗਵਾਈ ਗਈ। ਇਹਨਾਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ ਗਿਆ ਕਿ ਏਡੀਆਂ ਵੱਡੀਆਂ ਕੁਰਬਾਨੀਆਂ ਕਿਵੇਂ ਕਰ ਗਏ। ਇਹਨਾਂ ਨੇ ਵਾਹਿਗੁਰੂ ਬੋਲਿਆ, ਤੁਸੀਂ ਵੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ ਅੱਗੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਆ ਰਿਹਾ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿੰਨਾਂ ਸਿੰਘਾਂ ਸਿੰਘਣੀਆਂ ਭਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੁਸੀਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਓਗੇ, ਤੁਹਾਡਾ ਨਾਂ ਆਟੋਮੈਟਿਕਲੀ ਖਾਲਸੇ ਦੀ ਹਰ ਅਰਦਾਸ ਸ਼ਾਮਲ ਹੋ ਜਾਏਗਾ। ਫਿਰ ਅੱਗੇ ਜੋ ਕੁਝ ਵੀ ਮੰਗਿਆ, ਸਾਡਾ ਸਤਿਗੁਰੂ ਨੇ ਨਾਮ ਇਸੇ ਤਰ੍ਹਾਂ ਹੀ ਸ਼ਾਮਲ ਕਰ ਦਿੱਤਾ। ਜਿਹੜੇ ਮਨੁੱਖਾਂ ਨੂੰ ਸਤਿਗੁਰਾਂ ਨੇ ਦੇਵਤੇ ਬਣਾਇਆ ਨਾ, ਤੇ ਉਹਨਾਂ ਦੇ ਨਾਮ ਤੋਂ ਬਿਨਾਂ ਸਾਡੀ ਕੋਈ ਅਰਦਾਸ ਹੀ ਪੂਰੀ ਨਹੀਂ ਹੁੰਦੀ। ਗੁਰਮੁਖ ਪਿਆਰਿਓ, ਅਧੂਰੀ ਰਹਿ ਜਾਂਦੀ ਹੈ। ਜਦੋਂ ਆਨੰਦ ਕਾਰਜ ਹੁੰਦਾ, ਉਦੋਂ ਵੀ ਹਾਜ਼ਰੀ ਲਗਵਾਈ ਜਾਂਦੀ ਆ। ਜਦੋਂ ਸੰਸਾਰ ਤੋਂ ਕੂਚ ਕਰ ਜਾਂਦੇ ਆ, ਤੇ ਫਿਰ ਵੀ ਉਸ ਸਮੇਂ ਵੀ ਸ਼ਹੀਦਾਂ ਦੇ ਚਰਨਾਂ 'ਚ ਵੀ ਹਾਜ਼ਰੀ ਲਗਵਾਈ ਜਾਂਦੀ ਹੈ। ਪਰ ਜਿੱਥੇ ਸਤਿਗੁਰਾਂ ਨੇ 3 ਬਚਨ ਆਖੇ ਹਨ, ਜਿਵੇਂ ਪਹਿਲਾਂ ਮੈਂ ਜ਼ਿਕਰ ਕਰ ਚੁੱਕਾ ਹਾਂ ਕਿ ਜਿਵੇਂ ਤ੍ਰੇਤੇ ਯੁੱਗ ਦੇ ਦੁਆਪਰ ਯੁੱਗ ਦੇ ਅਵਤਾਰ ਦੇ ਆਮ ਤੌਰ 'ਤੇ ਜ਼ਿਕਰ ਆਉਂਦਾ। ਸ੍ਰੀ ਕ੍ਰਿਸ਼ਨ ਜੀ ਆਖਦੇ ਹੀ, ਜਦਾ ਜਦਾ ਧਰਮਸਯ ਗਲਾਨੀ ਭਵਤੇ ਭਾਰਤ। ਹੇ ਅਰਜਨ, ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ, ਮੈਂ ਆਪਣੇ ਆਪ ਤੋਂ ਅਵਤਾਰਤ ਹੁੰਦਾ ਹਾਂ। ਸਾਧੂ ਨਾਮ, ਪਵਿੱਤਰ ਨਾਮ ਭਾਵ ਕੇ ਸਾਧੂਆਂ ਵਾਸਤੇ, ਸੰਤਾਂ ਵਾਸਤੇ, ਉਹਨਾਂ ਨੂੰ ਜਿਹੜਾ ਦਬਾਇਆ ਜਾ ਰਿਹਾ ਸੀ। ਇਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਹਨ, ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ। ਧਰਮ ਦੇ ਕੰਮਾਂ ਲਈ ਸਾਨੂੰ ਗੁਰਦੇਵ ਪਾਤਸ਼ਾਹ ਨੇ ਭੇਜਿਆ। ਜਹਾਂ ਤਹਾਂ ਤੇ ਧਰਮ ਚ ਬਿਥਾਰੋ, ਦੁਸ਼ਟ ਦੋਖੀਏ ਨਾ ਫਕਰ ਪਛਾਰੋ। ਜਿੱਥੇ ਜਾਓ ਧਰਮ ਦਾ ਹੀ ਵਿਸਤਾਰ ਕਰਨਾ। ਵਾਕਿਆ ਹੀ ਸਤਿਗੁਰ ਜਿੱਧਰ ਨੂੰ ਗਏ, ਸਤਿਗੁਰਾਂ ਨੇ ਧਰਮ ਦਾ ਹੀ ਵਿਸਤਾਰ ਕੀਤਾ ਹੈ। ਧਰਮ ਕੀ ਹੈ? ਕਿਤੇ ਗੁਰੂ ਨਾਨਕ ਦੇ ਘਰ ਤੋਂ ਪੁੱਛ ਲਈਏ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪੁੱਛੀਏ ਧਰਮ ਕੀ ਹੈ। ਤਿਲਕ ਜੰਝੂ ਖਤਰੇ ਸੀ ਤੇ ਪਿਤਾ ਕੁਰਬਾਨ ਕਰ ਦਿੱਤਾ। ਗੀਤਾ ਤੇ ਕੁਰਾਨ ਤੇ ਗਊ ਦੀਆਂ ਕਸਮਾਂ ਖਾਧੀਆਂ, ਤੇ ਮੇਰੇ ਸ਼ਹਿਨਸ਼ਾਹ ਨੇ ਉਹਨਾਂ ਗ੍ਰੰਥਾਂ ਦਾ ਸਤਿਕਾਰ ਕਰਦੇ ਹੋਏ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਤੇ ਸਾਰਾ ਪਰਿਵਾਰ ਸਤਿਗੁਰਾਂ ਨੂੰ ਕੁਰਬਾਨ ਕਰਨਾ ਪਿਆ। ਪਰ ਗੁਰੂ ਸਾਹਿਬ ਕਹਿੰਦੇ, ਮੈਂ ਵੀ 3 ਹੀ ਮੁੱਖ ਕੰਮਾਂ ਲਈ ਆਇਆ ਸੀ, ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਅੱਜ ਖਾਲਸਾ ਪੰਥ ਸਤਿਗੁਰਾਂ ਨੇ ਜਿਹੜਾ ਚਲਾਇਆ, ਜਿਹੜਾ ਧਰਮ ਗੁਰੂ ਸਾਹਿਬ ਨੇ ਚਲਾਇਆ ਹੈ, ਕਿ ਜੇ ਹਿੰਦੂ ਆ ਗਿਆ ਤੇ ਉਹਦੇ ਲਈ ਪਿਤਾ ਦੀ ਕੁਰਬਾਨੀ ਦੇ ਦਿੱਤੀ। ਜੇ ਮੁਸਲਮਾਨਾਂ ਨੇ ਗ੍ਰੰਥਾਂ ਦਾ ਵਾਸਤਾ ਪਾਇਆ ਤੇ ਅਨੰਦਪੁਰ ਦੇ ਕਿਲੇ ਛੱਡ ਦਿੱਤੇ। ਧਰਮ ਕੀ ਹੈ ਅਸਲ ਦੇ ਵਿੱਚ? ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਕਵੀ ਦੀ ਉਡਾਰੀ ਹੈ, ਕਹਿੰਦੇ ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਪਿਤਾ ਦੇਸ਼ ਤੋਂ ਵਾਰਿਆ ਮੈਂ। ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜ਼ਾਰਿਆ ਜਿਵੇਂ ਗੁਜ਼ਾਰਿਆ ਮੈਂ। ਕਹਿੰਦੇ ਪੁੱਤਰ 4 ਜੇ ਦਿੱਤੇ ਸੀ ਪਰਮਾਤਮਾ ਨੇ, ਜੋੜਾ ਜੋੜਾ ਕਰਕੇ ਵਾਰਿਆ ਮੈਂ। ਉਹ ਸਿੰਘੋ ਸ਼ਹਿਨਸ਼ਾਹ ਨਾ ਕਹੋ ਮੈਨੂੰ, ਕਿਸ਼ਤਾਂ ਨਾਲ ਕਰਜ਼ ਉਤਾਰਿਆ ਮੈਂ। ਉਹ ਐਵੇਂ ਨਹੀਂ ਮਾਨਸ ਤੇ ਦੇਵਤੇ ਸਤਿਗੁਰ ਨੇ ਕੀਤੇ। 3 ਕੰਮ ਆਖਦੇ ਨਾ, ਧਰਮ ਚਲਾਵਨ,
ਸੰਤ ਉਭਾਰਨ। ਅੱਜ ਇੱਕ ਮਾਂ ਬਾਪ ਦੇ ਹੁਕਮ 'ਚ ਦੋ ਬੱਚੇ ਨਹੀਂ ਚੱਲਦੇ, ਪਰ ਅੱਜ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਮ ਤੋਂ ਲੱਖਾਂ ਪ੍ਰਾਣੀ ਸੀਸ ਤਲੀ 'ਤੇ ਧਰ ਕੇ ਖੜ੍ਹੇ ਹੋ ਜਾਂਦੇ ਹਨ ਕੁਰਬਾਨ ਹੋਣ ਵਾਸਤੇ। ਜਿਨ ਮਾਨਸ ਤੇ ਦੇਵਤੇ ਕੀ ਧਰਮ ਚਲਾਉਣ, ਇੱਕ ਧਰਮ ਚਲਾ ਦੇਣਾ। ਸੰਤ ਉਭਾਰਨ, ਸੰਤਾਂ ਨੂੰ ਜਿਹਨਾਂ ਨੂੰ ਦਬਾਇਆ ਜਾ ਰਿਹਾ ਤਾਂ ਰੂਪ ਪ੍ਰਹਲਾਦ ਵਰਗਿਆਂ ਨੂੰ, ਉਹਨਾਂ ਨੂੰ ਨਿਖਾਰਨ ਵਾਸਤੇ ਆਏ, ਜਿਨ੍ਹਾਂ ਦੇ ਬਾਰੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਖਸ਼ ਦੁਸ਼ਟ ਹਰ ਮਾਰਿਆ, ਪਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ। ਗੁਰੂ ਸਾਹਿਬ ਕਹਿੰਦੇ ਸੰਤ ਉਭਾਰਨ ਨੂੰ ਮੈਂ ਆਇਆ। ਤੇ ਜਦੋਂ ਆਖਿਆ ਸੀ ਨਾ ਜੈਤ ਰਾਮ ਸਾਧੂ ਨੇ, ਇਸ ਪਾਸੇ ਨਾ ਜਾਇਓ ਸਤਿਗੁਰ, ਇਸ ਪਾਸੇ ਮਾਧੋ ਦਾਸ ਬੈਰਾਗੀ ਰਹਿੰਦਾ, ਉਹ ਆਏ ਗਏ ਸੰਤ ਨੂੰ ਪਲੰਗ 'ਤੇ ਬਿਠਾਉਂਦਾ, ਦਿਵ ਸ਼ਕਤੀਆਂ ਨਾਲ ਪਲੰਗ ਪਲਟੀ ਕਰਕੇ ਬੜਾ ਨਿਰਾਦਰ ਕਰ ਦਿੰਦਾ। ਸਤਿਗੁਰ ਹੱਸ ਪਏ, ਕਹਿੰਦੇ ਜੈਤ ਰਾਮਾ, ਇਹੋ ਹੀ ਤੇ ਸਾਡਾ ਦੂਸਰਾ ਕੰਮ ਹੁਣ ਰਹਿੰਦਾ ਕਰਨ ਵਾਲਾ, ਸੰਤ ਉਭਾਰਨ। ਤੇ ਸਤਿਗੁਰਾਂ ਨੇ ਫਿਰ ਐਸੀ ਦ੍ਰਿਸ਼ਟੀ ਪਾਈ ਉਸ ਮਾਧੋ ਦਾਸ ਬੈਰਾਗੀ 'ਤੇ, ਢਹਿ ਪਿਆ। ਸਤਿਗੁਰ ਮੈਂ ਬੰਦਾ, ਕਿਹਦਾ ਬੰਦਾ? ਤੁਹਾਡਾ ਬੰਦਾ। ਕਹਿੰਦੇ ਫਿਰ ਬੰਦਿਆਂ ਵਾਲੇ ਕੰਮ ਕਰ। ਮੈਂ ਵਿਸਤਾਰ ਨਹੀਂ ਕਰਨਾ ਕਿਉਂਕਿ ਪਹਿਲਾਂ ਮੈਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਆਪਣਾ ਜ਼ਿਕਰ ਕਰ ਚੁੱਕਿਆ ਹਾਂ। ਸੋ ਗੁਰਮੁਖ ਪਿਆਰਿਓ, ਤੀਸਰਾ ਕੰਮ ਫਿਰ ਉਸੇ ਕੋਲੋਂ ਹੀ ਕਰਾ ਦਿੱਤਾ। ਦੇਖੋ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਕਿਉਂ ਬਲਿਹਾਰ ਜਾਈਏ ਗੁਰੂ ਤੋਂ? ਜਿਨ ਮਾਨਸ ਦੇ ਦੇਵਤੇ ਕੀਏ, ਕਰਤ ਨਾ ਲਾਗੀ। ਕਿੰਨੇ ਸਾਲ ਹੋ ਗਏ ਸੀ ਮਾਧੋ ਦਾਸ ਨੂੰ ਧੱਕੇ ਖਾਂਦਿਆਂ ਹੋਇਆਂ ਨੂੰ, ਪਰ ਮੇਰੇ ਸ਼ਹਿਨਸ਼ਾਹ ਜਦੋਂ ਪਹੁੰਚੇ ਤੇ ਇੱਕੋ ਹੀ ਦ੍ਰਿਸ਼ਟੀ ਪਈ। ਜਦੋਂ ਢਹਿ ਪਿਆ ਨਾ, ਜਦੋਂ ਆ ਕੇ ਪੁੱਛਦਾ ਤੁਸੀਂ ਕੌਣ ਹੋ, ਤੇ ਸਤਿਗੁਰਾਂ ਨੇ ਆਖਿਆ ਤੂੰ ਜਾਣਦਾ, ਤੇ ਹੱਥ ਜੋੜ ਕੇ ਕਿਹਾ ਤੁਸੀਂ ਗੁਰੂ ਗੋਬਿੰਦ ਸਿੰਘ ਹੋ। ਭਾਈ ਦਇਆ ਸਿੰਘ ਨੇ ਕਿਹਾ ਤੂੰ ਸਹੀ ਪਛਾਣਿਆ। ਤੇ ਕਹਿੰਦਾ ਸਤਿਗੁਰੂ, ਤੁਸਾਂ ਨੇ ਮੇਰਾ ਆਸ਼ਰਮ ਭ੍ਰਿਸ਼ਟ ਕਰ ਦਿੱਤਾ, ਪਿੱਟ ਦਿੱਤਾ। ਤੁਸਾਂ, ਤੁਹਾਡੇ ਸਿੰਘਾਂ ਨੇ ਬੱਕਰੇ ਝਟਕਾ ਦਿੱਤੇ, ਖੂਨ ਡੁੱਲ ਗਿਆ। ਮਹਾਰਾਜ ਕਹਿੰਦੇ ਪਲੰਗ ਤੇਰਾ ਇਸ ਪਾਸੇ ਲੱਗਿਆ, ਬੱਕਰੇ ਉੱਧਰ ਝਟਕਾਏ। ਕਹਿੰਦਾ ਜਿਹੜੇ ਘਰ 'ਚ ਖੂਨ ਡੁੱਲ ਜਾਏ ਨਾ, ਘਰ ਪਵਿੱਤਰ ਹੋ ਜਾਂਦਾ। ਮਹਾਰਾਜ ਕਹਿੰਦੇ ਹਿੰਦੁਸਤਾਨ 'ਚ ਨਿਰਦੋਸ਼ਾਂ ਦੇ ਖੂਨ ਦੀਆਂ ਨਦੀਆਂ ਵਹਿ ਰਹੀਆਂ, ਇੱਕ ਕੋਨੇ 'ਚ ਗੋਦਾਵਰੀ ਦੇ ਕਿਨਾਰੇ ਤੇਰਾ ਆਸ਼ਰਮ ਕਿਵੇਂ ਪਵਿੱਤਰ ਰਹਿ ਸਕਦਾ? ਇੱਕਦਮ ਡਿੱਗ ਪਿਆ ਚਰਨਾਂ 'ਤੇ। ਮਹਾਰਾਜ ਕਹਿੰਦੇ ਤੂੰ ਕੌਣ ਆ? ਮਹਾਰਾਜ ਬੰਦਾ। ਕਿਹਦਾ ਬੰਦਾ? ਤੁਹਾਡਾ ਬੰਦਾ। ਸਤਿਗੁਰ ਕਹਿੰਦੇ ਫਿਰ ਬੰਦਿਆਂ ਵਾਲੇ ਕੰਮ ਕਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਕੋਈ ਦੇਰੀ ਲੱਗੀ ਸਤਿਗੁਰਾਂ ਨੂੰ ਮਨੁੱਖਾਂ ਨੂੰ ਦੇਵਤੇ ਬਣਾਉਣ ਵਾਸਤੇ? ਮਨੁੱਖ ਵੀ ਨਹੀਂ ਸੀ, ਮਨੁੱਖਾਂ ਦਾ ਨਿਰਾਦਰ ਕਰਨ ਵਾਲਾ ਸੀ, ਸੰਤਾਂ ਦਾ ਨਿਰਾਦਰ ਕਰਦਾ ਸੀ। ਤੇ ਸਤਿਗੁਰ ਨੇ ਇਕੱਲਾ ਦੇਵਤਾ ਨਹੀਂ ਬਣਾਇਆ, ਉਹਨੂੰ ਸੰਤ ਵੀ ਬਣਾ ਦਿੱਤਾ ਤੇ ਨਾਲ ਸਿਪਾਹੀ ਵੀ ਬਣਾ ਦਿੱਤਾ। ਜਿਹੜਾ ਸੰਤਾਂ ਦਾ ਨਿਰਾਦਰ ਕਰਦਾ ਸੀ ਉਹਨੂੰ ਹੀ ਸੰਤ ਬਣਾ ਕੇ ਤੇ ਤੀਸਰਾ ਕੰਮ ਉਹਦੇ ਕੋਲੋਂ ਹੀ ਕਰਵਾ ਦਿੱਤਾ। ਦੁਸ਼ਟ ਸਭਨ ਕੋ ਮੂਲ ਉਪਾਰਨ। ਮੈਂ ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਆਇਆ ਤੇ ਤੀਸਰਾ ਕੰਮ ਉਹਦੇ ਕੋਲੋਂ ਹੀ ਕਰਵਾ ਦਿੱਤਾ। ਦੁਸ਼ਟਾਂ ਦੀਆਂ ਜੜ੍ਹਾਂ ਪੁੱਟਵਾ ਦਿੱਤੀਆਂ, ਉਹਨੂੰ ਬੰਦਾ ਸਿੰਘ ਬਹਾਦਰ ਬਣਾ ਕੇ। ਨਾਮ ਰੱਖਿਆ ਸੀ ਗੁਰਬਖਸ਼ ਸਿੰਘ, ਅੰਮ੍ਰਿਤ ਛਕਾ ਕੇ। ਪਰ ਪਹਿਲੀ ਮੁਲਾਕਾਤ 'ਤੇ ਕਿਹਾ ਸੀ ਮੈਂ ਆਪ ਜੀ ਦਾ ਬੰਦਾ, ਤੇ ਪੰਥ ਵਿੱਚ ਬੰਦਾ ਸਿੰਘ ਮਸ਼ਹੂਰ ਹੋ ਗਿਆ। ਤੇ ਜਦੋਂ ਫਿਰ ਉਹਨੇ ਸਰਹੰਦ ਦੀ ਇੱਟ ਨੱਟ ਖੜਕਾਈ ਨਾ, ਸ਼ਹਿਰ ਸਮਾਣਾ ਮਿੱਟੀ ਵਿੱਚ ਮਿਲਾ ਕੇ ਸਿੰਘਾਂ ਨੇ ਵੱਲ ਸਰਹੰਦ ਦੇ ਚਾਲੇ ਪਾਤੇ, ਸੰਗਤੇ ਸਿੰਘਾਂ ਨੇ। ਜਦੋਂ ਸਰਹੰਦ ਫਤਿਹ ਕੀਤੀ ਤੇ ਫਿਰ ਸਾਰੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਬੰਦਾ ਸਿੰਘ ਬਹਾਦਰ। ਇੱਕ ਮੇਰੇ ਗੁਰੂ ਨੇ ਦ੍ਰਿਸ਼ਟੀ ਪਾਈ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਜਦੋਂ ਬਹਾਦਰ ਸ਼ਾਹ ਨੂੰ ਪਤਾ ਲੱਗਿਆ ਨਾ ਬੰਦਾ ਆ ਰਿਹਾ, ਸਾਰੇ ਦੇਸ਼ 'ਚ ਹੋ ਗਈ ਬੰਦਾ ਆਇਆ, ਬੰਦਾ ਆਇਆ। ਬੰਦਾ ਆਉਂਦਾ ਤਾਂ ਉਹਦੇ ਅੱਗੇ ਕੋਈ ਟਿਕ ਨਹੀਂ ਸਕਦਾ। ਤੇ ਉਸ ਸਮੇਂ ਫਿਰ ਬਹਾਦਰ ਸ਼ਾਹ ਨੇ ਵੀ ਇੱਕ ਚਿੱਠੀ ਲਿਖ ਘੱਲੀ ਬਾਬਾ ਬੰਦਾ ਸਿੰਘ ਬਹਾਦਰ ਨੂੰ, ਜਿਸ ਮਾਨਸ ਨੂੰ ਮੇਰੇ ਗੁਰੂ ਨੇ ਦੇਵਤਿਆਂ ਦੀ ਨਿਆਈ ਬਣਾ ਦਿੱਤਾ, ਇੱਕ ਦ੍ਰਿਸ਼ਟੀ ਪਾ ਕੇ, ਤੇ ਉਹਦੇ ਅੱਗੇ ਫਿਰ ਕਿਵੇਂ ਗੋਡੇ ਟੇਕੇ ਹਕੂਮਤ ਨੇ, ਵੱਡੇ ਵੱਡੇ ਜ਼ਾਲਮਾਂ ਨੇ ਕਿਵੇਂ ਗੋਡੇ ਟੇਕੇ। ਉਹਨੇ ਚਿੱਠੀ 'ਚ ਪਤਾ ਕੀ ਲਿਖਿਆ ਬਹਾਦਰ ਸ਼ਾਹ ਨੇ?
ਬਹਾਦਰ ਸ਼ਾਹ ਭਾਵੇਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਰਾਜ ਗੱਦੀ 'ਤੇ ਬੈਠਾ ਸੀ, ਕਿਉਂਕਿ ਜਦੋਂ ਔਰੰਗਜ਼ੇਬ ਬਾਦਸ਼ਾਹ ਦੀ ਮੌਤ ਹੁੰਦੀ ਨਾ, ਔਰੰਗਜ਼ੇਬ ਬਾਦਸ਼ਾਹ ਦੀ ਮੌਤ ਹੁੰਦੀ ਆ, ਉਦੋਂ ਕਵੀ ਜ਼ਿਕਰ ਕਰਦਾ ਕਿ ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਕਲਮ ਨਾ ਮਾਰਤਾ ਗੋਬਿੰਦ ਸਿੰਘ ਨੇ। ਇਹ ਪਤਾ ਕਿਹਦੇ ਬਚਨ ਲਿਖੇ? ਇਹ ਔਰੰਗਜ਼ੇਬ ਦੇ ਆਪਣੇ ਲਿਖੇ ਹੋਏ ਆ, ਸ਼ਿਕਸ਼ਤਨਾਮਾ ਦੇ ਵਿੱਚ ਲਿਖੇ ਹੋਏ ਆ। ਮੈਂ ਕਿਸ ਦਿਨ ਆਪ ਨਾਲ ਜ਼ਿਕਰ ਕਰਾਂਗਾ ਕਿਵੇਂ ਗੁਰੂ ਸਾਹਿਬ ਦੀ ਸ਼ਰਨ ਆਇਆ ਸੀ ਬਹਾਦਰ ਸ਼ਾਹ, ਕਿਵੇਂ ਫਰਿਆਦ ਲੈ ਕੇ ਭਾਈ ਨੰਦ ਲਾਲ ਆਏ ਸੀ, ਕਿਉਂਕਿ ਭਾਈ ਨੰਦ ਲਾਲ ਉਸਤਾਦ ਸੀ ਬਹਾਦਰ ਸ਼ਾਹ ਦਾ, ਮੁਅੱਜ਼ਮ ਦਾ। ਇਹਦਾ ਨਾਮ ਮੁਅੱਜ਼ਮ ਸੀ ਪਹਿਲਾਂ, ਇਹਦਾ ਭਰਾ ਸੀ ਤਾਰਾ ਆਜ਼ਮ। ਇਹਨਾਂ ਦੋਨਾਂ ਦੇ ਵਿੱਚ ਜੰਗ ਚੱਲ ਪਈ ਸੀ ਗੱਦੀ ਨੂੰ ਲੈ ਕਰਕੇ, ਪਰ ਤਾਰਾ ਆਜ਼ਮ ਨੂੰ ਜਿਹੜਾ ਤੀਰ ਵੱਜਿਆ ਸੀ ਨਾ, ਉਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦਾ ਹੀ ਵੱਜਿਆ ਸੀ। ਜਦੋਂ ਸ਼ਰਨ ਆਇਆ ਫਿਰ ਸਤਿਗੁਰ ਨੇ ਇਹਨੂੰ ਰਾਜ ਦਿਵਾਇਆ ਸੀ। ਪਰ ਮੈਂ ਅੱਜ ਦੇ ਵਿਸ਼ੇ ਵੱਲ ਤੁਹਾਨੂੰ ਲੈ ਕੇ ਜਾਵਾਂ। ਜਦੋਂ ਹੋਇਆ ਨਾ ਕਿ ਬੰਦਾ ਆਇਆ, ਫਿਰ ਚਿੱਠੀ ਲਿਖੀ ਬਹਾਦਰ ਸ਼ਾਹ ਨੇ। ਉਹਦੇ 'ਚ ਪਤਾ ਕੀ ਲਿਖਿਆ ਸੀ? ਅਬ ਲਿਓ ਸਲਾਮ ਹਮਾਰੀ। ਸਲਾਮ ਕਿਹਨੂੰ ਕਰਦੇ ਆਪਾਂ ਫੌਜੀ ਸਾਰੇ ਜਾਣਦੇ ਨਾ, ਸੀਨੀਅਰ ਬੰਦੇ ਨੂੰ ਸਲੂਟ ਮਾਰਦਾ, ਜੂਨੀਅਰ ਵੱਡੇ ਬੰਦੇ ਨੂੰ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਸਲਾਮ ਕੀਤੀ ਸੀ ਗੁਰਮੁਖ ਪਿਆਰਿਓ ਇਸ ਦੇਸ਼ ਦੇ ਬਾਦਸ਼ਾਹ ਬਹਾਦਰ ਸ਼ਾਹ ਨੇ। ਗੁਰੂ ਨੂੰ ਤੇ ਸਲਾਮਾਂ ਕਰਨੀਆਂ ਸੀ, ਪਰ ਜਿਸ ਸਿੱਖ ਤੇ ਗੁਰੂ ਨੇ ਦ੍ਰਿਸ਼ਟੀ ਪਾ ਦਿੱਤੀ ਤੇ ਉਹਨੂੰ ਵੀ ਇਸ ਯੋਗ ਬਣਾ ਦਿੱਤਾ ਕਿ ਉਹਨੂੰ ਦੇਸ਼ ਦਾ ਬਾਦਸ਼ਾਹ ਆਖਦਾ ਅਬ ਲਿਹੋ ਸਲਾਮ ਹਮਾਰੀ, ਤੁਮ ਫਕੀਰ ਹਮ ਮਾਇਆ ਧਾਰੀ। ਤੁਸੀਂ ਫਕੀਰ ਹੋ ਤੇ ਅਸੀਂ ਮਾਇਆ ਧਾਰੀ ਹਾਂ। ਹਮ ਤੁਮ ਇੱਕ ਗੁਰ ਕੇ ਦਾਸ, ਤੂੰ ਤੇ ਮੈਂ ਦੋਵੇਂ ਇੱਕੋ ਹੀ ਗੁਰੂ ਦੇ ਚੇਲੇ ਹਾਂ। ਬਹਾਦਰ ਸ਼ਾਹ ਲਿਖਦਾ ਹਮ ਤੁਮ ਇੱਕ ਗੁਰ ਕੇ ਦਾਸ, ਜਾਹੀ ਤੇ ਗੁਰ ਭਾਈ ਖਾਸ। ਇਸ ਕਰਕੇ ਅਸੀਂ ਖਾਸ ਸਕੇ ਭਰਾਵਾਂ ਵਰਗੇ ਹੋ ਗਏ, ਕਿਉਂਕਿ ਆਪਾਂ ਦੋਵੇਂ ਇੱਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚੇਲੇ ਹਾਂ, ਦਾਸ ਹਾਂ। ਕਰਾਮਾਤ ਤੁਝ ਗੁਰ ਤੇ ਪਾਈ। ਕਹਿੰਦੇ ਤੂੰ ਗੁਰੂ ਤੋਂ ਕਰਾਮਾਤਾਂ ਲੈ ਕੇ ਆਇਆ, ਤਾਂ ਹੀ ਤੂੰ ਸਰਹੰਦ ਦੀ ਵੀ ਇੱਟ ਨਾਲ ਇੱਟ ਖੜਕਾ ਦਿੱਤੀ ਆ। ਸ਼ਾਹੀ ਉਨ ਮੁਝ ਕਹੋ ਸੋ ਪਾਈ। ਤੇ ਬਾਦਸ਼ਾਹ ਉਸ ਗੁਰੂ ਨੇ ਮੈਨੂੰ ਬਣਾਇਆ, ਤੈਨੂੰ ਨੇ ਕਰਾਮਾਤਾਂ ਦੇ ਕੇ ਭੇਜਿਆ, ਮੈਨੂੰ ਬਾਦਸ਼ਾਹ ਬਣਾਇਆ। ਇਸ ਕਰਕੇ ਅਸੀਂ ਦੋਵੇਂ ਸਕੇ ਭਰਾਵਾਂ ਵਰਗੇ ਹਾਂ। ਤੇ ਉਹਨਾਂ ਦੇ ਅੱਗੇ ਦੇਸ਼ ਦਾ ਬਾਦਸ਼ਾਹ ਵੀ ਫਿਰ ਝੁਕਣ ਲੱਗ ਪਿਆ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਏਡੇ ਵੱਡੇ ਦੇਵਤੇ ਕਿਵੇਂ ਬਣਾ ਦਿੱਤੇ? ਉਹ ਗੁਰੂ ਸਾਹਿਬ ਕਿਹੋ ਜਿਹਾ ਸੀ, ਉਹ ਗੁਰੂ ਸਾਹਿਬ ਦਾ ਕਿਰਦਾਰ ਕਿਹੋ ਜਿਹਾ ਸੀ। ਅਸੀਂ ਪੂਰਿਆਂ ਦਾ ਕਿਰਦਾਰ ਤੇ ਨਹੀਂ ਬਿਆਨ ਕਰ ਸਕਦੇ, ਪਰ ਫਿਰ ਵੀ ਜਿੰਨੀ ਕੁ ਸਤਿਗੁਰ ਸੋਝੀ ਬਖਸ਼ਦੇ ਹਨ, ਬਜ਼ੁਰਗਾਂ ਦੇ ਖਜ਼ਾਨੇ ਵਿੱਚੋਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬਾਪੂ ਚਰਨ ਸਿੰਘ ਸਫਰੀ ਦੀ ਕਵਿਤਾ ਲਿਖੀ ਹੋਈ ਹੈ, ਉਹ ਚਮਕੌਰ ਦੀ ਗੜੀ ਨੂੰ ਬਿਆਨ ਕਰਦੀ ਕਵਿਤਾ ਹੈ। ਕਹਿੰਦੇ ਮੈਂ ਤੁਹਾਡਾ ਧਿਆਨ ਚਮਕੌਰ ਦੀ ਗੜੀ ਵੱਲ ਲਿਜਾਉਣਾ ਚਾਹੁੰਦਾ ਹਾਂ। ਵੇਖੋ ਗੁਰੂ ਸਾਹਿਬ ਦੀ ਕਿੱਡੀ ਵੱਡੀ ਕੁਰਬਾਨੀ ਹੈ। ਬੱਦਲਾਂ ਚੋਂ ਬਿਜਲੀ ਚਮਕਾਂ ਸੀ ਮਾਰਦੀ, ਹੋਈ ਰਸਨਾਈ ਜਾਂ ਸੁਨਹਿਰੀ ਜਹੀ ਤਾਰ ਦੀ। ਬੱਦਲਾਂ ਚੋਂ ਬਿਜਲੀ ਚਮਕਾਂ ਸੀ ਮਾਰਦੀ, ਹੋਈ ਰਸਨਾਈ ਜਾਂ ਸੁਨਹਿਰੀ ਜਹੀ ਤਾਰ ਦੀ। ਦਇਆ ਸਿੰਘ ਵੱਲੇ ਨਿਗਾਹ ਗਈ ਜਾਂਦ ਤਾਰ ਦੀ। ਦਇਆ ਸਿੰਘ ਵੱਲੇ ਨਿਗਾਹ ਗਈ ਜਾਂਦ ਤਾਰ ਦੀ। ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ। ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ। ਮੌਤ ਦੇ ਨਸ਼ੇ ਚੋਂ ਉੱਥੇ ਜ਼ਿੰਦਗੀ ਸੀ ਝੂਲਦੀ। ਬੋਲੇ ਦਇਆ ਸਿੰਘ ਲਾਸ਼ ਤੱਕ ਜੁਝਾਰ ਦੀ। ਉਹ ਜ਼ਿੰਦਗੀ ਦੇ ਦਾਤਿਆ
ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ। ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ। ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ। ਇੱਕ ਵਾਰ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ। ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ। ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ। ਹਾਏ ਪੁੱਤਾਂ ਦੀ ਪੀੜ ਤਾਂ ਪੰਖੇਰੂ ਵੀ ਨਹੀਂ ਚੱਲਦੇ। ਹਾਏ ਪੁੱਤਰਾਂ ਦੀ ਪੀੜ ਤਾਂ ਪੰਖੇਰੂ ਵੀ ਨਹੀਂ ਚੱਲਦੇ। ਜੀ ਚਾਹੁੰਦਾ ਇੱਥੇ ਕੁਝ ਪਿਆਰ ਜਤਾ ਦਿਆਂ। ਨਿਭਾਈ ਦੀ ਰੀਤ ਜਿਹੜੀ ਆਖਰੀ ਨਿਭਾ ਦਿਆਂ। ਪੱਗ ਲਾ ਕੇ ਦੋ ਟੋਟ ਕੇ ਬਣਾ ਦਿਆਂ। ਪੱਗ ਲਾ ਕੇ ਦੋ ਟੋਟ ਕੇ ਬਣਾ ਦਿਆਂ। ਦਾਤਾ ਅੱਧੀ ਅੱਧੀ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ। ਦਾਤਾ ਅੱਧੀ ਅੱਧੀ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ। ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ। ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ। ਪਰ ਕਫਣੋਂ ਬਗੈਰ ਦਾਤਾ ਕਿਹਦੇ ਪੁੱਤ ਦੱਸੋ ਗਏ ਨੇ। ਪਰ ਕਫਣੋਂ ਬਗੈਰ ਦਾਤਾ ਕਿਹਦੇ ਪੁੱਤ ਦੱਸੋ ਗਏ ਨੇ। ਜਦੋਂ ਭਾਈ ਦਇਆ ਸਿੰਘ ਨੇ ਇਸ ਤਰ੍ਹਾਂ ਫਰਿਆਦ ਕੀਤੀ ਨਾ ਕਿ ਸਤਿਗੁਰੂ ਮੈਂ ਬੜੇ ਗਰੀਬ ਤੋਂ ਗਰੀਬ ਮਾਪਿਆਂ ਦੇ ਪੁੱਤ ਮਰਦੇ ਵੇਖੇ ਆ, ਪਰ ਕਦੇ ਕਿਸੇ ਦਾ ਕਫਨ ਤੇ ਬਾਲਣ ਤੋਂ ਬਿਨਾਂ ਨਹੀਂ ਗਿਆ ਵੇਖਿਆ। ਅੱਜ ਗਰੀਬਾਂ ਦੇ ਸਰੀਰਾਂ ਤੇ ਦੁਸ਼ਮਣਾਂ ਦੇ ਸਰੀਰਾਂ ਤੇ ਬਾਲਣ ਤੇ ਕਫਨ ਪਾਉਣ ਵਾਲਿਆ ਤੇਰੇ ਦੋ ਬਾਲਣ ਤੇ ਕਫਨ ਤੋਂ ਬਿਨਾਂ ਜਾ ਰਹੇ ਹਨ। ਫਿਰ ਕਵੀ ਆਖਦਾ ਹੈ, ਬਾਦਸ਼ਾਹ ਦਰਵੇਸ਼ ਨੇ ਫਿਰ ਜਵਾਬ ਦਿੱਤਾ। ਜਦੋਂ ਭਾਈ ਦਇਆ ਸਿੰਘ ਨੇ ਆਖਿਆ ਨਾ ਕਿ ਦਾਤਾ ਇੱਕ ਸਵਾਲ ਦਾ ਜਵਾਬ ਦੇ ਕੇ ਜਾਓ, ਸਤਿਗੁਰੂ ਕਹਿੰਦੇ ਹੁਣ ਕਿਹੜਾ ਸਵਾਲ ਇੱਥੇ, ਦੁਸ਼ਮਣ ਪਿੱਛੇ ਲੱਗਿਆ ਹੋਇਆ ਹੈ। ਰਾਤ ਕਕਰੀਲੀਆਂ ਠੰਡ ਦੀਆਂ ਰਾਤਾਂ ਤੇ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਤੁਹਾਡੇ ਤੀਰ ਨਾਲ 1.25 ਤੋਲਾ ਸੋਨਾ ਲੱਗਿਆ ਆਕਾਸ਼ ਵਾਸਤੇ। ਇੱਕੋ ਇੱਕ ਦੁਨੀਆ ਦਾ ਜਰਨੈਲ ਹੈ ਜਿਹਦੇ ਤੀਰ ਨਾਲ ਸੋਨਾ ਲੱਗਦਾ ਸੀ। ਜਦੋਂ ਬਹਾਦਰ ਸ਼ਾਹ ਨੇ, ਮੁਅੱਜ਼ਮ ਸੀ ਇਹਦਾ ਨਾਮ, ਮੁਅੱਜ਼ਮ ਨੇ ਬਾਅਦ 'ਚ ਬਹਾਦਰ ਸ਼ਾਹ ਨਾਂ ਰੱਖਿਆ, ਤਖਤ 'ਤੇ ਬਹਿਣ ਲੱਗਿਆ। ਜਦੋਂ ਇਸ ਨੇ ਆ ਕੇ ਵੇਖਿਆ ਨਾ ਆਪਣੇ ਭਰਾ ਦੀ ਛਾਤੀ 'ਚ ਤੀਰ ਵੱਜਿਆ, ਤਾਰਾ ਆਜਮ ਦੀ, ਤੇ ਮਰਿਆ ਪਿਆ ਵੇਖਿਆ ਤੇ ਤੀਰ ਖਿੱਚ ਕੇ ਨਾ ਕਹਿੰਦਾ ਮੈਂ ਜਾਣਦਾ ਇਹ ਤੀਰ ਕਿਹਦਾ ਵੱਜਿਆ ਇਹਨੂੰ ਆ ਕੇ। ਕਿਉਂਕਿ ਪਹਿਲੇ ਸਮੇਂ ਜਰਨੈਲਾਂ ਦੇ ਤੀਰਾਂ ਦੀ ਕੋਈ ਨਾ ਕੋਈ ਨਿਸ਼ਾਨੀ ਹੁੰਦੀ ਸੀ, ਪਤਾ ਲੱਗ ਜੇ ਕਿੰਨੇ ਮਾਰਿਆ ਇਹਨੂੰ। ਕਹਿੰਦੇ ਮੈਂ ਜਾਣਦਾ ਇਹ ਤੀਰ ਕਿਹਦਾ ਵੱਜਿਆ। ਕਹਿੰਦੇ ਸੁਨਹਿਰੀ ਤੀਰਾਂ ਵਾਲਾ ਇੱਕ ਹੀ ਆ ਜਿਹਨੇ ਅੱਜ ਮੈਨੂੰ ਰਾਜ ਦਿਵਾਉਣ ਵਾਸਤੇ ਜਿਹੜਾ ਪਹੁੰਚਿਆ ਨਾ, ਇਹਦੇ ਤੀਰ ਨੇ ਸੋਨੇ ਦੀ, ਇਹਦੀ ਤੇਗ ਫੁਲਾਦੀ ਏ, ਰੱਖਿਆ ਮਜ਼ਲੂਮਾਂ ਦੀ ਕਰਨੇ ਦੀ ਆਦੀ ਏ। ਕੌਣ ਹੈ ਉਹ? ਕਲਗੀਧਰ ਪ੍ਰੀਤਮ ਦੀ ਇਹ ਅਮਰ ਕਹਾਣੀ ਏ। ਇਹ ਧਰਮ ਦਾ ਰਾਖਾ ਏ, ਸਰਬੰਸ ਦਾ ਦਾਨੀ ਏ। ਇਹਦੇ ਤੀਰ ਨੇ ਸੋਨੇ ਦੇ, ਇਹਦੀ ਤੇਗ ਫੁਲਾਦੀ ਏ, ਰੱਖਿਆ ਮਜ਼ਲੂਮਾਂ ਦੀ ਕਰਨੇ ਦੀ ਆਦੀ ਏ। ਸੋ ਕਹਿੰਦੇ ਇਹ ਤੀਰ ਗੁਰੂ ਗੋਬਿੰਦ ਸਿੰਘ ਦਾ ਹੈ। ਤੇ ਪੁੱਛਿਆ ਸੋਨਾ ਕਿਉਂ ਲਾਇਆ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਇਹ ਮੁਗਲ ਬਾਦਸ਼ਾਹ ਕਿਰਪਾਨ ਦੇ ਜ਼ੋਰ ਨਾਲ ਭੀੜ ਵਧਾਉਣ ਵਾਸਤੇ ਪਿੰਡਾਂ ਦੇ ਗਰੀਬਾਂ ਨੂੰ ਇਕੱਠੇ ਕਰ ਲੈਂਦੇ। ਜੇ ਮਾਰਿਆ ਜਾਵੇ ਤੇ ਘਰ ਵਾਲੇ ਪਹਿਚਾਣ ਕੇ ਲੈ ਜਾਂਦੇ, ਜ਼ਖਮੀ ਹੋ ਜਾਵੇ ਤੇ ਘਰਾਂ ਵਾਲੇ ਆਪ ਚੁੱਕਦੇ, ਇਹ ਨਹੀਂ ਚੁੱਕਦੇ ਉਹਨਾਂ ਨੂੰ। ਤੇ 1.25 ਤੋਲੇ ਨਾ
ਜ਼ਖਮੀ ਦਾ ਇਲਾਜ ਹੋ ਸਕੇ, ਮਰੇ ਹੋਏ ਤੇ ਖੱਫਣ ਤੇ ਬਾਲਣ ਪੈ ਸਕੇ। ਭਾਈ ਦਇਆ ਸਿੰਘ ਨੇ ਲੰਮੀ ਧਾਰ ਮਾਰ ਕੇ ਆਖਿਆ, ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ, ਪਰ ਕਫਣੋਂ ਬਗੈਰ ਦਾਤਾ ਕਿਹਦੇ ਪੁੱਤ ਦੱਸੋ ਗਏ ਨੇ। ਸਤਿਗੁਰ, ਬੜੇ ਗਰੀਬ ਤੋਂ ਗਰੀਬ ਮਾਪੇ ਸੰਸਾਰ ਵਿੱਚ ਪਏ ਆ, ਪਰ ਖਫਣ ਤੇ ਬਾਲਣ ਤੋਂ ਬਿਨਾਂ ਦੱਸੋ ਕਿਹਦੇ ਪੁੱਤ ਗਏ ਆ। ਅੱਜ ਦੁਸ਼ਮਣਾਂ ਦੇ ਸਰੀਰਾਂ ਤੇ ਬਾਲਣ ਤੇ ਖਫਣ ਪਾਉਣ ਵਾਲਿਆ ਅੱਜ ਤੇਰੇ ਦੋ ਬਾਲਣ ਤੇ ਖਫਣ ਤੋਂ ਬਿਨਾਂ ਜਾ ਰਹੇ ਹਨ। ਤੇ ਕਲਗੀਧਰ ਪਾਤਸ਼ਾਹ ਨੇ ਫਿਰ ਕੀ ਜਵਾਬ ਦਿੱਤਾ? ਬੋਲੇ ਦਸ਼ਮੇਸ਼ ਪਿਤਾ ਮੁਖੋਂ ਲਲਕਾਰ ਕੇ, ਉਹ ਲੈਣਾ ਕੀ ਸਿੰਘਾ ਤੂੰ ਮੇਰੇ ਪੁੱਤਾਂ ਨੂੰ ਪਿਆਰ ਕੇ, ਉਹ ਲੈਣਾ ਕੀ ਸਿੰਘਾ ਤੂੰ ਮੇਰੇ ਪੁੱਤਾਂ ਨੂੰ ਪਿਆਰ ਕੇ। ਵੇਖ ਜਰਾ ਮੈਦਾਨ ਵਿੱਚ ਨਿਗਾਹ ਮਾਰ ਕੇ, ਸਿੰਘ ਵੀ ਕਿੰਨੇ ਸ਼ਹੀਦ ਹੋਏ ਜਾਨਾਂ ਵਾਰ ਕੇ। ਉਹ ਖਾਲਸੇ ਨੂੰ ਛੱਡ ਕੇ ਮੈਂ ਪਿਆਰ ਪੁੱਤਾਂ ਦਾ ਜਤਾ ਦਿਆਂ, ਦਇਆ ਸਿੰਘਾ ਸਿੱਖੀ ਚੋਂ ਵਖੇਵਾ ਕਿਵੇਂ ਪਾ ਦਿਆਂ, ਦਇਆ ਸਿੰਘਾ ਪੰਥ ਚੋਂ ਵਖੇਵਾ ਕਿਵੇਂ ਪਾ ਦਿਆਂ। ਔਖ ਸੌਖ ਵੇਲੇ ਇਹ ਸਿੰਘ ਮੇਰੇ ਭਾਈਵਾਲ ਨੇ, ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ। ਇਹਨਾਂ ਲਾਲਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ, ਬਿਨਾਂ ਤਨਖਾਹੋਂ ਰਹੇ ਮੇਰੇ ਨਾਲ ਨੇ, ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ। ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਓ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਓ ਚੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਓ ਚੁੱਕਦਾ। ਦਇਆ ਸਿੰਘਾ ਮੋਹ ਵਾਲੇ ਤਿੰਨ ਕੇ ਤਰੋੜ ਦੇ, ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ, ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ। ਪੰਥ ਦੇ ਸ਼ਹੀਦ ਨਹੀਂ ਓ ਖਫਣਾਂ ਨੂੰ ਲੋੜ ਦੇ, ਤੂੰ ਇਸੇ ਦਾ ਹੀ ਦਮਾਲਾ ਇਹਦੇ ਮੁੱਖ ਉੱਤੇ ਮੋੜ ਦੇ, ਤੂੰ ਇਸੇ ਦਾ ਹੀ ਦਮਾਲਾ ਇਹਦੇ ਮੁੱਖ ਉੱਤੇ ਮੋੜ ਦੇ। ਦਇਆ ਸਿੰਘਾ ਕਿਉਂ ਦਈ ਜਾਨਾਂ ਮੋਹ ਵਾਲੀਆਂ ਥੰਮੀਆਂ, ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ। ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰੀ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਇਨ੍ਹਾਂ ਮਿਹਣਿਆਂ ਨੂੰ ਸਮਝਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ। ਮੈਨੂੰ ਪਰਵਾਹ ਨਹੀਂ ਜੱਗ ਸਾਰਾ ਭਾਵੇਂ ਮੈਨੂੰ ਜੰਗ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਦਸ਼ਮੇਸ਼ ਨੇ ਸਿੰਘ ਹੋਰ ਤੇ ਪੁੱਤ ਹੋਰ ਸਮਝੇ, ਕਿ ਗੋਬਿੰਦ ਨੇ ਸਿੰਘ ਹੋਰ ਤੇ ਪੁੱਤ ਹੋਰ ਸਮਝੇ। ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਏਦਾਂ ਪੰਧ ਮਕਾਉਂਦਾ ਵੇਖਿਆ ਨਾ, ਹੰਸਾਂ ਜਿਹੇ ਪਿਆਰੇ ਪੁੱਤਰਾਂ ਨੂੰ ਮੂੰਹ ਮੌਤ ਦੇ ਪਾਉਂਦਾ ਵੇਖਿਆ ਨਾ। ਥਾਂ ਥਾਂ ਤੇ ਤਖਤਾਂ ਨੂੰ ਮਾਰ ਠੋਕਰ ਹੀਰੇ ਲਟਾਉਂਦਾ ਕੋਈ ਵੇਖਿਆ ਨਾ। ਨਾ ਪਿਤਾ ਕੋਈ ਪੁੱਤਰਾਂ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ।
पिता कोई पुत्रां दी लाश उत्ते गीत खुशी दे गाउंदा वेख्या ना। गुरमुख प्यारिओ जिन मानस ते देवते किए करत न लागी वार। ऐसे मनुखां नूं सतगुरां ने देवते बना दिता। लोकां दे देवते वर दिंदे ते सराप दिंदे आ, पर जिन्हां नूं मनुखां नूं गुरु ने देवते बनाया। असीं रोज़ाना ही अरदास करते हाँ, महाराज शहीदी पैरे रखियो, शहीदां ਸਿੰਘਾਂ ਦੇ ਪਹਿਰੇ नाल रखियो, बख्शिश करियो। असीं उन्हां शहीदां दे दर्शन लोचदे हाँ। सो ऐसे जिन्हां नूं मनुखां नूं सतगुरां ने देवते बनाया ना, कल्ला बनाया नहीं, अज भी बना रहे हैं। असीं अरदास करते हैं ना, गुरु गोबिंद सिंह साहब सब थाई होए सहाय। सारे थावां ते सहाई हैं। मैं फिर जिक्र करवां, बार बार मैं जिक्र करदा हुंदा इस गल दा कि एक कदे भुल के ना आख्या करो पंथ दा की बनेगा। कई लोग कहते ना इस पंथ दा की बनेगा, ये तो सारे ही सिੱਖੀ तो पतित हो रहे आ। मैं कहना ना, याद रखिया करो पंथ चढ़दी कला विच सी, चढ़दी कला च है ते चढ़दी कला च इन्हें रहना। एक दरख्त नालों पत्ता टुट के सड़िया जा पत्ता टुट जावे तो ये गल कहे कि दरख्त दा की बनेगा, असी नालों टुट गए तो उहदी ना समझी ते मूर्खता होएगी। दरख्त नूं होर पत्ते आ जाने, क्योंकि उहदा तना इन्ना समर्थ है ना, उहदियां जड़ां जमीन च डूंघियां गईयां होईयां। कोई माड़ी जी नेरी आई, पत्ते टुट गए ते पत्ते सोचण हुण इहदा की बनेगा, उन्हें अगले महीने फिर हरिया भरिया हो जाना है, क्योंकि वो दरख्त समर्थ है। वो पत्ता अपना फिक्र करे कि मेरा हुण की बनेगा, कि मैनू कोई अग विच फूकेगा जां इत्थे गल सड़ जावांगा, नामो निशान मिट जाएगा। दरख्त नूं टाहनी टुट गई तो वो दरख्त दे टुटी टाहनी दा की असर हुंदा आपां समझ सकते हाँ। ये ना कहो कि सिੱਖੀ नूं टुट गए तुसीं ते पंथ दा की बनेगा। पंथ दा वाली पता कौन है? जे शहनशाह ने यह गल आखी ना, जिहदे बारे कवि ने यह गल कह दी, वाहो प्रगट्यो मर्द अगमड़ा, वो कौन है? कहंदे वरियाम अकेला। वाहो वाहो गोबिंद सिंह आपे गुर चेला। उदों भी लोगों ने आख्या सी कि यह की कर लेगा, ये कहंदा कि मैं ऐसा खालसा सजा दांगा। पिता दा कट्टिया सीस दे के वीर रस च आ गया, गुस्से च आ गया, कहंदा ऐसा खालसा सजावांगा 1.25 लाख चों पहचानिया जाएगा। ये की करेगा? औरंगजेब ना किवें मत्था ला लेगा। तो मेरे शहनशाह ने छोटे छोटे हत्थां विच शमशीर लैके हवा च लहरा के की आख्या? यही आख्या सी ना कि एक एक को धर लूँगा शमशीर के आगे, दिल सीना चीर के धर दूंगा शमशीर के आगे। अब तक दुनिया झुकती थी तकदीर के आगे, अब तकदीर भी झुकेगी मेरी शमशीर के आगे। अज भी कलगीधर पिता दी शमशीर अगे तेग झुकदी आ। अज भी ਸਿੰਘਾਂ ਨਾਲ मैं बचन कर रहा सी, विचार चल रही सी कि लड़ाई च किवें हुंदा की होना। मैं आख्या जे किते मौका दिता ना सतगुरां ने, इतिहास बदल के रख देंगे। कोई खालसा पलटन लगी हुई है किते, जे किते सतगुर ने सेवा बख्शी ना तो गुरमुखो इतिहास बदल के रख देंगे। सो गुरु साहब की कृपा दे नाल, क्योंकि खालसे नूं सिर्फ एक जरनैल की लोड़ है, खालसे नूं एक मोटिवेशन की लोड़ है। तो कलगीधर पिता नालों वड्डा मोटिवेशन होर किते सानू मिल ही नहीं सकता। सिख इतिहास नालों वड्डा मोटिवेशन है किते? कटे सीस नूं तली ते टिका के सिंह मीलों तक खंडा वाह जाते हैं। तो फिर गुरु गोबिंद सिंह नूं आख्या तुसीं की कर रहे जे? भीमचंद राजे ने कहा अमृत मैं भी छकांगा। 22 धार दे राजे अमृत छक लैणगे, पर साडे लई बाटा वखरा तैयार कर। इन्हां शूदरां दा जूठा नहीं खाना पीना, असीं शूदरां नाल अमृत नहीं छकना, साडी वखरा बाटा तैयार करो, सारे अमृत छक लवांगे। ये किवें साडे बराबर बिठा दोगे तुसीं इन्हां नूं लिया के? ये छोटियां जातां दे हन। ते मेरे शहनशाह ने की आख्या सी,
जिनकी जात गोत कुल में सरदारी ना भई कदाही, इन्हीं को मैं सरदार बनाऊं। चिड़ियों से मैं बाज लड़ाऊं, चिड़ियों से मैं बाज लड़ाऊं, गिदड़ों को मैं शेर बनाऊं, 1.25 लाख से एक लड़ाऊं। इन्नियां शर्तां आखियां ते फिर उस तो बाद की आख्या, तबे गोबिंद सिंह नाम कहाऊं। सानू फिक्र करन दी लोड़ की है? साडा वाली है गुरु गोबिंद सिंह साहब महाराज, जिन्हों असी अरदास च रोज़ ही बेनतियां करते, गुरु गोबिंद सिंह सब थाई होए सहाय। तुसी जेड़े दरख्त नूं पत्ते टुटे जे ना, तुसी अपना फिक्र करया करो सौंदे उठदे भी साडा की बनेगा। एवें नहीं भाई तारू से कहंदा सी भावें खोपरी लवा दे पर केस नहीं कटाउणे, ते जदों कहा सी ना जुत्तियां मार के केस ला देंगा, ते भाई तारू से ने कहा सी तू मेरी नरादरी नहीं कीती, ये केस मेरे गुरु दी मोहर है, तू मेरे गुरु दी मोहर नूं जुत्तियां मारेगा, तेनू जुत्ती दी नोक दे अगे ला के लैके जावांगा। इन्हां केसां च एडी वड्डी शक्ति है। 21 दिन जकरीए दे सिर च जुत्तियां पैंदियां रहियां, भाई तारू सिंह दी जुत्तियां मारदे रहे। पहला इतिहास आपां जिक्र कर चुके हाँ। ते 21वें दिन जकरीए खान दी मौत होई, ते 22वें दिन भाई तारू सिंह जी दी शहादत होई। ये कदे ना सोचियो कि पंथ दा की बनेगा, पंथ चढ़दी कला विच रहेगा। अपना सोच लो जरा क दरख्त नूं टुटी हुई टाणी दा की बनदा हुंदा। सो गुरमुखो अमृत छकीए, गुरु वाले बणीए। गुरु गोबिंद सिंह साहब सब थाई होए सहाय। उन्हां पता नहीं किते दृष्टि पा के 1.25 लाख ना किहड़े सिंह नूं लड़ा देना। पिछे इतिहास आपां पढ़दे आए ना कि किवें ओह माण बख्शदे रहे। कदे किसी सिंह नूं जोड़ियां बनाउंदे ही चले गए। जोड़ियां दा नींह पत्थर रखिया सी चमकौर दी गढ़ी विच, ते सदा ही जोड़ियां बनदियां गईयां। कदे बाबा बोता सिंह गरजा सिंह दी जोड़ी बनी, कदे होर सूरबीर योधियां दियां जोड़ियां बणियां। सो गुरमुख प्यारिओ, जिन मानस ते देवते कीए करतन लागी वार। एक मानस तो देवते बनने वाले दी मैं होर तुहाडे नाल जिक्र करां। छोटी जी साखी है। एक बीबी बानो अपने शौहर नूं कहंदी है, उन्हें आख्या मैं उस नाल विआह कराउणा जिहड़ा दुनिया दा सब तो बहादुर जेतू जरनैल होवे। ते एक पठान नूं लभ के दिता घरदिआं ने कि बड़ा योधा है अफगान दा। ते ਉਹ ਜਦੋਂ ਪੁੱਛਦੀ ਆ ना कि इधर ਨੂੰ क्यों नहीं जाते तुसीं, कहंदे इधर की जाना, इधर ते जमरौद दा किला बना के बैठा सरदार हरी से नलूआ। कहंदे ਉਹ ਕਿਹੜਾ नलूआ, कौन है वो? कहंदे ਉਹ सिख कौम है। कहंदे ਉਹ ਕਿਹੋ ਜਿਹੇ सिख ਹਨ? कहंदे ਉਹਨਾਂ एडे बहादुर ਹਨ कि उन्होंने ना तो बच्चे चुप कर जाते, चुप शाह जा बच्चिया हरिया रागले, चुप कर जा नलूआ आ गया जे, ते बच्चे डरदे चुप हो जाते आ। कहंदे एडे योधे आ, होर उन्हां च की गुण आ? कहंदे उन्हां दा किरदार बड़ा उच्चा है, वो करैक्टर दे बड़े उच्चे सुच्चे हैं। कहंदी फिर मैं देखना चाहांगी। उहदे मंगेतर ने बड़ा रोकिया, ना जा तू। कहंदी नहीं मैं जावांगी। मरदाना पोशाक पाई ते बीबी बानो आ पहुंची। कहंदी जरनैल नूं मिलना। ते पहरेदार ने आख्या हुण वक्त नहीं है, जरनैल आराम करन डिया। कहंदे मैं तो सुनिया खालसे दरबार विच फरियाद लैके आए दा टाइम ही कोई नहीं। जदों जरनैल नूं दस्सिया उठ के बह गया चौंकड़ा ला के आके। कहंदी जरनैला मैं मंगण आई कुछ तेथों, अवला वां, अवला और तेरे को मंगण आई को बेसहारा। कहंदा मंग बीबा की मंगदी? कहंदी पहला वचन दे पूरा करेगा। कहंदा है खालसा सिर दे के भी तेरा वचन पूरा करेगा, मंग की मंगदी? कहंदी मैं चाहुंदी हाँ कि मेरा भी नलूए वर्गा पुत्र होवे। मोहित हो गई देख के कि बड़ा जरनैल सी, चढ़दी कला वाला, बड़े ना तो थर थर कंबदे सी लोग। कहंदी मैं चाहुंदी मेरा भी नलूए वर्गा पुत्र होवे। एकदम डोले फड़ के नेत्रां च लाली आई ते कृपान दी मुट्ठी ते हथ आ चला गया। एकदम कहे बद चलना और चली जा इथों, किते मेरा होर किते मैनूं गुस्सा ना आ जाए, चली जा। दौड़ गई। अगले दिन सवेरे भरे दरबार च फिर आ गई। कहंदे सरदारा तू आख्या सी मैं वचन पूरा करांगा, वचन पूरा कर। कहंदा रात तू बच के तां चली गई मेरे को कि मेरे गुरु दा हुक्म है औरत ते वार नहीं करना, बच्चे ते वार नहीं करना,
भजे जाते तो वार नहीं करना, शरण आए तो वार नहीं करना, शस्त्रहीन ते वार नहीं करना। तो कहता तू मेरा सबर ना परख, कहती तू वचन दे चुका मैनू पूरा कर। कहता सारी संगत विच मंग दोबारा की मंगदी, मैं तेरा वचन पूरा कर देना। जदों उन्हें मंगया ना, कहती मैं चाहुंदी कि मेरा पुत्र तेरे वर्गा होवे। वो कहता बीबा ये तो अकाल पुरख के हत्थ विच आ, उन्हें किहो जिहा किनू बनाउणा, मेरे वश या तेरे वश च कुछ नहीं है। पर कहता हाँ ठीक है, मैनू सतगुरां ने इस तखत ते बिठाया, मैं तेनों वचन दे चुका, मैं तेरा वचन जरूर पूरा करांगा। उन्हें चादर लई, जाके उहदा नंगा सिर ना ढक के सिर दे उत्ते रख के चादर, ते पैरां ते शीस रख के मत्था टेक के कहते माँ तू मेरे धर्म दी माँ होई ते मैं तेरा धर्म दा पुत्र होया। जो तू चाहुंदी जे वो हो भी जांदा ते हो सकदा सी कि पुत्र मेरे वर्गा ना होवे, फिर भी तेरी लालसा ना पूरी हुंदी। जहांगीर बादशाह दी बेगम ना बड़ी सुंदरता सी, बड़े चर्चे सी राज विच। एक दिन आखदी गुरु हरगोबिंद साहिब नूं सोहणियां दे सुल्तान आख्या जांदा सी। ते जदों गुरु हरगोबिंद साहिब नूं मोहित करन वास्ते आई दरबार विच, कहंदी मैं भी जाके देखदी हाँ, सोहणियां दा सुल्तान कहा जांदा सी गुरु हरगोबिंद साहिब नूं। ते जदों आई ना ते आके सामने जदों सतगुरां दे खलोती ते सतगुरां ने मां शब्द दे नाल संबोधन कीता सी। कहंदे आओ माता जी बैठो। तो उन्हें कहा मैं तुहाडी माता किवें आ? ते गुरु साहब ने कहा जिहड़ा राजा हुंदा ना वो देश दे पिता समान हुंदा, ते जिहड़ी प्रजा हुंदी ना वो सारी उहदे बच्चों समान हुंदी है। भाव कि वो काम वासना करके आई सी। तो एक दिन राजा शिवनाभ ने भेजियां सी ना काम वासना करके गुरु नानक पातशाह महाराज नूं मोहित करने वास्ते। तो गुरु नानक पातशाह ने आख्या गाशो पुत्री राजकुमार, पुत्रियो राजकुमारियो बैठो सतसंग विच प्रभु दे गुण गाओ। सो जिन मानस ते देवते किए करत न लगी वार। अवदाली ने भी कह देता सी अब हम दोबारा इस देश में नहीं आएंगे, इस देश में ऐसे मर्द पैदा हो गए कटे हुए शीश नूं तली ते टका के मीलों तक खंडा वाही जाते हैं, अब हम दोबारा इस देश नहीं आएंगे। उन्होंने कहा जिथे इहो जी कौम होवे ते कहंदा इस कौम दे विचों मैनूं राज दी बू आउंदी है, एक दिन ये राज करनगे देश ते। सो बचन भी सच होए सी गुरमुख प्यारिओ। शेरे पंजाब ने 50 साल राज किया। सतगुरु कृपा करन, साडा गुरु मानस तो देवते बनाउण वाला है। अपने गुरु ते फकर करया करो। जदों तुसी दाड़े केसां दा कतलेआम करदे जे ना, उदों पता लगदा कि तुहानूं अपने प्यो ते फकर नहीं है, तुहानूं अपने पिता ते माण नहीं है। ते जदों माण नहीं है, नगुरे हो ते किवें फिर मंगदे हो पिता जी तंदरुस्ती बख्शो, किवें मंगदे हो पिता जी एक पुत्र दी दात दे दिओ, किवें मंगदे हो कि पिता जी परिवार च इतफाक बख्शो। क्योंकि जदों तुसी गुरु तो बेमुख हो ही गए, बेमुख होए राम ते व्यापण सभे रोग, तां ही रोग व्यापदे हन। सो तुसी देश नाल भी गदारी कर रहे हो, क्योंकि जिस ग्रंथ ते हत्थ रख के असी कसम खाधी है ना, साडे ते गौरमेंट विश्वास करती है सरकार साडी कि इन्हें गुरु ग्रंथ साहब ते हत्थ धर दिता, ये अपने धर्म दा वफादार होएगा ते कर्म दा भी वफादार होएगा। जदों तुसी अपने धर्म च परपक्क नहीं ना, मैं जिक्र कर रहा सी ना एक दिन कि पहला धर्म है फिर कर्म है। एक दो बच्चों ने हथ खड़ा किया, कहते पहला कर्म। मैं कहा जे पहला कर्म हुंदा ना तो तुसी कह दो मैं ग्रंथ की शपथ नहीं लैंदा, तुहानूं कोई सिपाही नहीं बनाउंदा। पहला धर्म है, जो तुसी धर्म की शपथ लेंदे फिर तुहानूं कर्म वास्ते चुनिया जांदा। धर्म ही कर्म सिखाउंदा है, धर्म ही सिखाउंदा किरत करो, धर्म ही सिखाउंदा नाम जपो, धर्म ही सिखाउंदा वंड के छको, धर्म ही सिखाउंदा जो तो प्रेम खिलन का चाओ, सिर धर तली गली मेरी आओ, इत मार्ग पैर धरीजै सिर दीजै। धर्म की सिखाउंदा पहला मरण कबूल, जीवन की छड़ हो सबन की ऋण का तो आओ हमारे पास। धर्म ही सिखाउंदा मरण मुनसा सूर्या हक है, जो होए मरण परवाणो। मरना सूरमियां दा हक है, जिहड़ा मरना
ਪ੍ਰਵਾਨ ਹੋ ਜਾਵੇ। ਸ਼ਰਾਬ ਪੀ ਕੇ ਐਕਸੀਡੈਂਟ ਕਰਕੇ ਮਰਿਆ ਤੇ ਸਮਾਜ ਨੂੰ ਵੀ ਪ੍ਰਵਾਨ ਨਹੀਂ, ਉਹ ਵੀ ਕਹਿੰਦੇ ਕਿ ਸ਼ਰਾਬੀ ਹੋਇਆ ਸੀ ਤਾਂ ਐਕਸੀਡੈਂਟ ਹੋ ਗਿਆ। ਸ਼ਰਾਬੀ ਹੋਇਆ, ਸ਼ਰਾਬ ਪੀ ਕੇ ਮਰਿਆ ਤੇ ਘਰਦਿਆਂ ਨੂੰ ਵੀ ਪ੍ਰਵਾਨ ਨਹੀਂ ਚੜ੍ਹਦਾ ਤੇ ਦਰਗਾਹ ਵਿੱਚ ਕਿਵੇਂ ਪ੍ਰਵਾਨ ਚੜ੍ਹੇਗਾ। ਸੋ ਧਰਮ ਹੀ ਸਾਨੂੰ ਸਿਖਾਉਂਦਾ ਹੈ। ਜਿਹੜਾ ਸੈਨਾ ਦਾ ਮੁੱਖ ਮਕਸਦ ਹੈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ, ਜੰਗ ਦੇ ਮੈਦਾਨ ਦਾ ਨਗਾਰਾ ਵਜੇ, ਨਿਸ਼ਾਨੇ ਲਾ ਲਾ ਕੇ ਵਾਰ ਕਰਨਾ, ਇੱਕ ਗੋਲੀ ਇੱਕ ਦੁਸ਼ਮਣ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਨਸੈਪਟ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ, ਘਾਓ ਖੇਤ ਜੋ ਮਾਂਡਿਓ ਸੂਰਮਾ, ਜੋ ਜੰਗ ਦਾ ਮੈਦਾਨ ਸੂਰਮੇ ਨੇ ਮੱਲ ਲਿਆ, ਅਬ ਜੂੰਝਨ ਕੋ ਦਾਓ। ਹੁਣ ਬਹਾਨਾ ਬਣਾ ਕੇ ਪਿੱਛੇ ਨਹੀਂ ਚਲੇ ਜਾਣਾ, ਅਬ ਜੂੰਝਨ ਕੋ ਦਾਓ। ਸੂਰਮਾ ਕਿੱਥੇ ਪਛਾਣਿਆ ਜਾਏਗਾ? ਸੂਰਾ ਸੋ ਪਹਿਚਾਨੀਏ ਜੋ ਦੀਨ ਕੀ ਆ ਸਾਡਾ ਸੈਨਿਕਾਂ ਦਾ, ਫੌਜੀ ਦਾ ਦੀਨ ਕੀ ਆ ਸਾਡਾ? ਆਪਣੇ ਦੇਸ਼ ਦੀ ਰੱਖਿਆ ਕਰਨੀ, ਆਪਣੇ ਕਰਤੱਵ ਦਾ ਵਫਾਦਾਰ ਰਹਿਣਾ। ਤੇ ਵਫਾਦਾਰ ਤਾਂ ਅਸੀਂ ਜਿਸ ਗ੍ਰੰਥ ਤੇ ਹੱਥ ਧਰਿਆ ਉਸੇ ਦੇ ਨਹੀਂ ਰਹੇ ਤੇ ਆਪਣੇ ਕਰਤੱਵ 'ਚ ਵਫਾਦਾਰ ਕਿਵੇਂ ਹੋਵਾਂਗੇ? ਜੋ ਲੜੇ ਦੀਨ ਕੇ ਹੇਤ। ਸੂਰਮਾ ਕਿਸੇ ਕਿਵੇਂ ਪਛਾਣਿਆ ਜਾਂਦਾ? ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛੱਡੈ ਖੇਤ। ਜੰਗ ਦਾ ਮੈਦਾਨ ਕਦੇ ਨਾ ਛੱਡੇ। ਤੁਸੀਂ ਵੇਖਿਆ ਨਾ ਕਿ ਬਾਬਾ ਦੀਪ ਸਿੰਘ ਦਾ ਸੀਸ ਵੀ ਕੱਟ ਗਿਆ ਸੀ ਤਾਂ ਵੀ ਉਹਨਾਂ ਨੇ ਮੈਦਾਨ ਨਹੀਂ ਸੀ ਛੱਡਿਆ, ਮੈਦਾਨ ਫਤਿਹ ਕੀਤਾ ਸੀ। ਸੋ ਜਿਹੜਾ 21 ਸਿੰਘਾਂ ਦੀ ਆਪਾਂ ਵਾਰਤਾ ਗਾਉਂਦੇ ਹਾਂ, ਜਿਹੜੇ ਸ਼ਹੀਦਾਂ ਦੀ ਆਪਾਂ ਗੱਲ ਕਰਦੇ, ਸਾਰਾ ਗੜੀ ਦੇ ਸ਼ਹੀਦ, ਉਹ ਸਾਰੇ ਅੰਮ੍ਰਿਤਧਾਰੀ ਗੁਰਸਿੱਖ ਸੀ। ਜਦੋਂ ਮਨੀਸ਼ਨ ਖਤਮ ਹੋ ਗਿਆ ਤੇ ਉਹ ਕਿਰਪਾਨਾਂ ਦੇ ਨਾਲ ਵੀ ਜੂਝੇ ਸੀ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਪਹਿਲਾਂ ਧਰਮ ਹੈ ਫਿਰ ਕਰਮ ਹੈ। ਤੁਸੀਂ ਜਦੋਂ ਧਰਮ ਤੋਂ ਡਿੱਗ ਪੈਂਦੇ ਹੋ ਨਾ, ਉਦੋਂ ਸਾਨੂੰ ਸ਼ੰਕਾ ਹੋ ਜਾਂਦਾ ਕਿ ਇਹ ਪਤਾ ਨਹੀਂ ਵਫਾਦਾਰ ਰਹਿਣਗੇ ਜਾਂ ਨਹੀਂ ਰਹਿਣਗੇ। ਜਿਹੜੇ ਗੁਰੂ ਨੇ ਇਹਨਾਂ ਲਈ ਸਾਰਾ ਹੀ ਪਰਿਵਾਰ ਵਾਰ ਦਿੱਤਾ ਏ ਤੇ ਉਹਦੇ ਨਹੀਂ ਹੋਏ ਤੇ ਇਹਨਾਂ ਦੇਸ਼ ਦੇ ਕੀ ਵਫਾਦਾਰ ਹੋਣਾ। ਸੋ ਸਤਿਗੁਰੂ ਕਿਰਪਾ ਕਰਨ, ਧਰਮ 'ਚ ਪਰਪੱਕ ਹੋ ਜਾਓ, ਤੁਹਾਨੂੰ ਫਕਰ ਮਹਿਸੂਸ ਹੋਣ ਲੱਗ ਪਏਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਹੁਣ ਸਭ ਥਾਈਂ ਹੋਏ ਸਹਾਏ ਹੋਣਗੇ ਸਾਡੇ ਨਾਲ। ਇੰਨੇ ਕੁ ਬਚਨ ਕਰਦੇ ਹੋਏ ਸਮਾਪਤੀ। ਕੋਈ ਬਚਨ ਵੱਧ ਘੱਟ ਬੋਲਿਆ ਗਿਆ ਹੋਵੇ, ਗੁਰੂ ਰੂਪ ਸਾਧ ਸੰਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਯੋਗ ਹਨ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।